ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬਿਨਾਂ ਖੇਤੀ ਤੋਂ ਖੇਤੀ ਮੰਤਰੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਤੁਹਾਡੀ। ਚਰਨਜੀਤ ਜੀ, ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਅਗਲੇ ਰਾਊਂਡ ਦੀ ਮੀਟਿੰਗ ਜਿਹੜੀ ਹੈ ਭਲਕੇ ਹੋਣ ਜਾ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਨੇ ਪਰ ਉਹਦੇ ਕੋਈ ਪੋਜ਼ਿਟਿਵ ਨਤੀਜੇ ਨਹੀਂ ਨਿਕਲ ਕੇ ਸਾਹਮਣੇ ਆਏ, ਪਰ ਇਸ ਵਾਰ ਮੀਟਿੰਗ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਦੋ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ। ਪਰ ਇਸ ਸਮੇਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਵੀ ਕੇਂਦਰ ਸਰਕਾਰ ਦੇ ਜਿਹੜੇ ਤਿੰਨ ਮੰਤਰੀ ਵਾਰ-ਵਾਰ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਉਹਨਾਂ ਦਾ ਖੇਤੀਬਾੜੀ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੈ। ਤੁਹਾਨੂੰ ਲੱਗਦਾ ਹੈ ਜਿਹੜਾ ਬੰਦਾ ਕਦੀ ਆਪ ਖੇਤ ਵਿੱਚੋਂ ਨਾ ਲੰਘਿਆ ਹੋਵੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕਿੰਨਾ ਕੁ ਸਮਝ ਸਕਦਾ ਹੈ? ਨਾਲੇ ਉਹਨਾਂ ਤਿੰਨਾਂ ਮੰਤਰੀਆਂ ਕੋਲ ਪਾਵਰ ਹੀ ਕੋਈ ਨਹੀਂ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈਗੀ ਹੈ ਕਿ ਜਿਸ ਖੇਤੀ ਮੰਤਰੀ ਕੋਲੇ ਆਪਣੇ ਖੇਤ ਨਹੀਂ ਜੀ, ਤੇ ਉਹ ਖੇਤਾਂ ਬਾਰੇ ਕਿਸ ਕਿਸਮ ਦੇ ਫੈਸਲੇ ਜਿਹੜੇ ਲਏਗਾ। ਅਸੀਂ ਬੜੇ ਬਚਪਨ ਤੋਂ ਇੱਕ ਗੱਲ ਸੁਣਦੇ ਆ ਰਹੇ ਹਾਂ, ਜਦੋਂ ਵੀ ਪੋਲੀਟੀਕਲ ਕੋਈ ਆਪਣਾ ਹੁੰਦੀ ਸੀ, ਕਾਨਫਰੰਸਾਂ ਹੁੰਦੀਆਂ ਸੀਗੀਆਂ ਜਾਂ ਜਲਸੇ ਹੁੰਦੇ ਸੀ ਚੋਣਾਂ ਵੇਲੇ, ਤਾਂ ਉਦੋਂ ਇੱਕ ਨਾਅਰਾ ਬੜਾ ਗੂੰਜਿਆ ਸੀ ਸਾਰੇ ਮੁਲਕ 'ਚ, ਬੜਾ ਲੰਬਾ ਟਾਈਮ ਗੂੰਜਦਾ ਰਿਹਾ ਕਿ ਦੇਸ਼ ਦਾ ਨੇਤਾ ਕੈਸਾ ਹੋ। ਕਿਉਂਕਿ ਜਿਸ ਟਾਈਮ ਮੁਲਕ ਆਜ਼ਾਦ ਹੋਇਆ ਸੀ, ਜਦੋਂ ਸਾਡਾ ਮੁਲਕ, ਤਾਂ ਉਸ ਟਾਈਮ ਨਹਿਰੂ ਦੇ ਟਾਈਮ ਔਰ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਤੱਕ ਕਿਸੇ ਕਿਸਮ ਦੀ ਕੋਈ ਨਾਅਰੇ ਦੀ ਲੋੜ ਨਹੀਂ ਸੀ ਪਈ ਇਸ ਕਿਸਮ ਦੇ, ਕਿਉਂਕਿ ਲੋਕਾਂ ਦਾ ਇੱਕ ਦੂਸਰੇ ਤੇ ਇੱਕ ਫੇਥ ਹੈ ਜਿਹੜਾ ਉਹ ਬਣਿਆ ਹੋਇਆ ਨਹੀਂ ਸੀ। ਦੱਸਣ ਦੀ ਲੋੜ ਨਹੀਂ ਸੀ ਕਿ ਦੇਸ਼ ਨੂੰ ਕਿਸ ਕਿਸਮ ਦਾ ਨੇਤਾ ਚਾਹੀਦਾ ਹੈਗਾ, ਜਾਂ ਲੋਕਾਂ ਦੀਆਂ ਜਿਹੜੀਆਂ ਡਿਮਾਂਡਸ ਹੈ ਜਾਂ ਲੋਕ ਕੀ ਚਾਹੁੰਦੇ ਨੇ। ਪਰ ਜਦੋਂ ਇੰਦਰਾ ਦਾ ਯੁੱਗ ਸ਼ੁਰੂ ਹੁੰਦਾ ਹੈਗਾ, ਉਦੋਂ ਇਹ ਨਾਅਰਾ ਲੱਗਦਾ ਹੈਗਾ ਕਿ ਦੇਸ਼ ਦਾ ਨੇਤਾ ਕੈਸਾ ਹੋ, ਇੰਦਰਾ ਗਾਂਧੀ ਜੈਸਾ ਹੋ। ਇਹਦੇ ਵਿੱਚ ਵੀ ਇੱਕ ਭਰਮ ਖੜਾ ਕੀਤਾ ਜਾਂਦਾ ਸੀਗਾ ਕਿ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ ਕਿ ਅਸੀਂ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਤੁਹਾਡਾ ਨੇਤਾ ਜਿਹੜਾ ਉਹ ਕਿਹੋ ਜਿਹਾ ਹੋਵੇ। ਤਾਂ ਲੋਕਾਂ ਦੇ ਵਿੱਚ ਵੀ ਇੱਕ ਮਾਨਸਿਕ ਤੌਰ ਤੇ ਬਣ ਜਾਂਦਾ ਸੀਗਾ ਕਿ ਸਾਡੇ ਕੋਲੋਂ ਪੁੱਛਿਆ ਜਾ ਰਿਹਾ, ਜਿਸ ਤਰ੍ਹਾਂ ਲੋਕ ਰਾਜ ਦੇ ਵਿੱਚ ਕਿਹਾ ਜਾਂਦਾ ਕਿ ਲੋਕ ਆ ਜਿਹੜੇ ਉਹ ਸਰਵਉੱਚ ਹੁੰਦੇ ਨੇ, ਕਿ ਲੋਕਾਂ ਦੀ ਪ੍ਰਵਾਨਗੀ ਲਈ ਜਾਂਦੀ ਹੈ। ਤਾਂ ਇਸ ਭਰਮ ਦੇ ਵਿੱਚ ਕਾਫੀ ਟਾਈਮ ਇਹ ਨਾਅਰਾ ਜਿਹੜਾ ਚੱਲਦਾ ਰਿਹਾ। ਕਦੇ ਕਿਹਾ ਜਾਂਦਾ ਸੀ ਕਿ ਦੇਸ਼ ਦਾ ਨੇਤਾ ਕੈਸਾ ਹੋ, ਰਾਜੀਵ ਗਾਂਧੀ ਜੈਸਾ ਹੋ, ਚੰਦਰ ਸ਼ੇਖਰ ਜੈਸਾ ਹੋ, ਵਾਜਪਾਈ ਜੈਸਾ ਹੋ। ਇਹ ਇੱਕ ਲੰਬਾ ਟਾਈਮ ਜਿਹੜੇ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਲੀਡਰ ਇਸ ਨਾਅਰੇ ਤੇ ਖੇਡਦੇ ਰਹੇ ਨੇ। ਚਲੋ ਉਦੋਂ ਤਾਂ ਇੱਕ ਫਿਰ ਵੀ ਕਿਸੇ ਹੱਦ ਤੱਕ ਇੱਕ ਭਰਮ ਹੀ ਸਹੀ ਕਿ ਸਵਾਲ ਲੋਕਾਂ ਨੂੰ ਕੀਤਾ ਜਾਂਦਾ ਸੀ। ਹੁਣ ਤਾਂ ਦੱਸਿਆ ਜਾਂਦਾ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ। ਤਾਂ ਇਹ ਨਾਅਰੇ ਜਿਹੜੇ ਦੇਣ ਦੀ ਕਿਉਂ ਲੋੜ ਪੈ ਜਾਂਦੀ ਹੈ? ਜਿਸ ਤਰ੍ਹਾਂ ਸਾਡੇ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਕਿ ਖੇਤੀ ਨਹੀਂ, ਖੇਤੀ ਮੰਤਰੀ ਨੇ, ਤਾਂ ਇਹ ਬੜਾ ਹੁਣ ਸਵਾਲ ਪਿਛਲੇ ਟਾਈਮ 'ਚ ਇੱਕ ਖੜਾ ਹੋਇਆ ਹੈ ਕਿ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕਿਹੋ ਜਿਹਾ ਹੋਵੇ। ਲੋਕਾਂ ਨੇ ਇਸ ਨੂੰ ਰਿਵਿਊ ਕਰਨਾ ਸ਼ੁਰੂ ਕੀਤਾ ਹੈ। ਜਿਹੜੇ ਬੁੱਧੀਜੀਵੀ ਵਰਗ ਹੈਗੇ ਹੈ, ਸਿਆਣੇ ਲੋਕ ਹੈ, ਇਹ ਸੋਚਣ ਲੱਗੇ ਨੇ, ਕਿਉਂਕਿ ਜਿਹੜੀ ਇਹ ਰੁਤਬਾ ਹੈ ਜਾਂ ਪਦਵੀ ਹੈ ਜਾਂ ਛਵੀ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਦੀ, ਤਾਂ ਉਹ ਇੱਕ ਬੜੀ ਵੱਡੀ ਹੈ। ਅਸੀਂ ਉਸ ਨੂੰ ਅੱਜ ਮਜ਼ਾਕ ਦਾ ਜਿਹੜਾ ਕੇਂਦਰ ਬਣਾ ਲਿਆ ਹੈਗਾ, ਲੋਕ ਉਸ 'ਤੇ ਟਿਚਰਾਂ ਕਰਦੇ ਨੇ। ਉਹ ਛਵੀ ਹੈ ਜਿਹੜੀ ਜਾਂ ਭੱਲ ਹੈ ਉਹ ਗੁਆਚੀ ਹੈ ਪਿਛਲੇ ਟਾਈਮ ਦੇ ਵਿੱਚ। ਦੇਖੋ, ਸਿਆਣਾ ਬੰਦਾ ਜਿਹੜਾ ਹੁੰਦਾ, ਜਿਹਦੇ ਕੋਲ ਸੱਚ ਹੋਵੇ, ਤਰਕ ਹੋਵੇ, ਉਸ ਨੂੰ ਕਦੇ ਵੀ ਚੀਕਣ ਦੀ ਲੋੜ ਨਹੀਂ ਪੈਂਦੀ। ਆਦਮੀ ਚੀਕਦਾ ਕਦੋਂ ਹੈ, ਆਦਮੀ ਰੌਲਾ ਕਦੋਂ ਪਾਉਂਦਾ ਵੱਧ ਚੜ ਕੇ? ਜਦੋਂ ਤੁਹਾਡੇ ਪੱਲੇ ਕੁਛ ਨਹੀਂ ਹੁੰਦਾ, ਤੁਹਾਡਾ ਬੋਝਾ ਜਿਹੜਾ ਉਹ ਖਾਲੀ ਹੁੰਦਾ ਹੈਗਾ। ਜਿਸ ਤਰ੍ਹਾਂ ਹੁਣ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਹੋ ਰਿਹਾ ਹੈਗਾ। ਅਗਰ ਖੇਤੀ ਕਾਨੂੰਨ ਸੱਚੀ ਮੁੱਚੀ ਠੀਕ ਨੇ, ਕਿਸਾਨਾਂ ਦੀ ਵੈਲਫੇਅਰ ਵਾਲੇ ਨੇ, ਤਾਂ ਉਹਦੇ ਲਈ ਇੰਨਾ ਚੀਕ ਚਿਖਾੜਾ ਸਾਰੇ ਮੁਲਕ ਦੇ ਵਿੱਚ ਪਾਉਣ ਦੀ ਲੋੜ ਨਹੀਂ ਕਿ ਤੁਹਾਡੇ ਭਲੇ ਦੇ ਨੇ। ਤਾਂ ਲੋਕਾਂ ਨੂੰ ਆਪਣੇ ਆਪ ਉਹਦਾ ਰਿਜ਼ਲਟ ਆਏਗਾ ਕਿ ਚੰਗੇ ਨੇ, ਤਾਂ ਸਾਰੇ ਕਿਸਾਨ ਕਹਿਣਗੇ ਅੱਜ ਟਿੱਕਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਇੰਨੇ ਲੋਕਾਂ ਦੇ ਸਿਰ ਨਹੀਂ ਜੁੜਨੇ ਸੀਗੇ, ਇੰਨਾ ਇਕੱਠ ਨਹੀਂ ਸੀ ਹੋਣਾ ਕਿਸਾਨਾਂ ਦਾ, ਜੇ ਸੱਚਮੁੱਚ ਇਹ ਠੀਕ ਹੁੰਦੇ। ਤਾਂ ਕਿਤੇ ਨਾ ਕਿਤੇ ਇਹ ਚੀਜ਼ ਹੈ ਜਿਹੜੀ ਗੁਆਚੀ ਹੈਗੀ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਜਾਂ ਸਾਡੇ ਦੂਸਰੇ ਵਜ਼ੀਰਾਂ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ ਕਿ ਸਟੇਟਾਂ ਕੋਲੇ ਹੁਣ ਰਾਈਟ ਹੀ ਨਹੀਂ ਰਹੇ ਕੋਈ। ਸਟੇਟ ਅਟੋਨਮੀ ਨੂੰ ਵੱਡਾ ਜਿਹੜਾ ਖੋਰਾ ਲੱਗਿਆ, ਤਾਂ ਇਕੱਲੀ ਸਟੇਟ ਅਟੋਨਮੀ ਨੂੰ ਖੋਰਾ ਨਹੀਂ ਲੱਗਿਆ ਬਲਕਿ ਪੂਰੀ ਕੈਬਨਿਟ ਨੂੰ ਲੱਗਿਆ। ਜਿਸ ਤਰ੍ਹਾਂ ਇਹ ਗੱਲ ਪ੍ਰਚਲਿਤ ਹੈਗੀ ਕਿ ਜਿਹੜੇ ਫੈਸਲੇ ਹੈ ਹੁਣ ਉਹ ਸਿਰਫ ਦੋ ਆਦਮੀਆਂ ਵੱਲੋਂ ਲਏ ਜਾਂਦੇ ਨੇ, ਕਿ ਇਹਨੂੰ ਆਪਾਂ ਕਹਿ ਲਈਏ ਕਿ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਚੁੱਕੀ ਹੈ ਪੂਰੀ ਤਰ੍ਹਾਂ, ਕਿ ਜਿਹੜੀ ਸਾਡੀ ਜਮਹੂਰੀਅਤ ਲਈ ਬਹੁਤ ਵੱਡੀ
ਘਾਤਕ ਹੈ ਜਿਹੜੀ ਉਹ ਸਿੱਧ ਹੋ ਸਕਦੀ ਹੈ। ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈ, ਸਾਡੀਆਂ ਰਵਾਇਤਾਂ, ਸਾਡੀ ਮਰਿਆਦਾ ਹੈ ਲੋਕ ਰਾਜੀ, ਉਹਨੂੰ ਵੱਡੀ ਸੱਟ ਲਾ ਰਹੀ ਹੈ ਇਹ ਚੀਜ਼ ਹੈ ਜਿਹੜੀ। ਤਾਂ ਜਿੱਥੋਂ ਆਪਾਂ ਤੁਸੀਂ ਗੱਲ ਕੀਤੀ ਸੀ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਔਰ 3 ਮੰਤਰੀਆਂ ਦੀ ਜਿਹੜੀ ਕਮੇਟੀ ਬਣਾਈ ਹੋਈ ਹੈ ਉਹਨਾਂ ਦੇ ਵਿੱਚ ਲਗਾਤਾਰ ਹੈ ਜਿਹੜੀ ਉਹ ਗੱਲਬਾਤ ਜਾਰੀ ਹੈ। ਤਾਂ ਇਸੇ ਦੌਰਾਨ ਹੀ ਆਤਿਸ਼ਿਕ ਗੱਲ ਸਾਹਮਣੇ ਆਉਂਦੀ ਹੈਗੀ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਕੱਲ ਸਾਡੇ ਭਾਜਪਾ ਦੇ ਨੇਤਾ ਸੁਰਜੀਤ ਜਿਆਨੀ ਤੇ ਹਰਜੀਤ ਗਰੇਵਾਲ ਮਿਲ ਕੇ ਆਏ ਨੇ। ਤਾਂ ਉਹਨਾਂ ਦੀ ਜਿਹੜੀ ਬੋਲਬਾਣੀ ਤੋਂ ਸਾਨੂੰ ਕਾਫੀ ਕੁਝ ਸਾਫ਼ ਹੁੰਦਾ ਹੈਗਾ। ਤੇ ਜਿਵੇਂ ਉਹ ਬੋਲ ਰਹੇ ਨੇ, ਉਹਨਾਂ ਨੇ ਕਿਹਾ ਕਿ ਕੋਈ ਚੰਗਾ ਰਿਜ਼ਲਟ ਆਏਗਾ ਜਿਹੜੀ 8 ਜਨਵਰੀ ਨੂੰ ਮੀਟਿੰਗ ਹੋ ਰਹੀ ਹੈ। ਨਾਲ ਹੀ ਉਹ ਇੱਕ ਗੱਲ ਹੋਰ ਕਹਿੰਦੇ ਨੇ ਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਲੀਡਰਲੈਸ ਹੈ। ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਹ ਕਹੀ ਹੈ ਕਿ ਇਹ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਮਾਓਇਸਟ ਹੈ ਜਿਹੜੇ ਉਹ ਇੰਟਰ ਹੋ ਗਏ ਨੇ। ਇਹ ਕਾਫੀ ਖਤਰਨਾਕ ਗੱਲ ਹੈ। ਇਹ ਜਿਆਨੀ ਨਹੀਂ ਬੋਲ ਰਿਹਾ, ਇਹ ਗਰੇਵਾਲ ਨਹੀਂ ਬੋਲ ਰਿਹਾ, ਕਿਉਂਕਿ ਕਦੋਂ ਬਿਆਨ ਦਿੱਤਾ ਜਾ ਰਿਹਾ ਜਦੋਂ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਹੁੰਦੀ ਹੈ। ਤਾਂ ਹੁਣ ਜਿਹੜੀ ਕੱਲ ਨੂੰ ਮੀਟਿੰਗ ਹੋਣੀ ਹੈ ਉਹ ਮੀਟਿੰਗ ਨੂੰ ਕੌਣ ਲੀਡ ਕਰਨਗੇ? 3 ਵਜ਼ੀਰ ਹੈ ਸਾਡੇ ਕੋਲ ਜਿਨ੍ਹਾਂ ਨੇ ਪਹਿਲਾਂ ਕੀਤੀ ਹੈ। ਇਹਦੇ ਬਾਵਜੂਦ ਕੋਈ ਠੋਸ ਰਿਜ਼ਲਟ ਹੈ ਜਿਹੜਾ ਉਹ ਸਾਡੇ ਸਾਹਮਣੇ ਨਹੀਂ ਆ ਰਿਹਾ। ਚਲੋ ਆਪਾਂ ਕਹਿ ਦਈਏ ਕਿ ਪ੍ਰਾਈਮ ਮਿਨਿਸਟਰ ਕੋਲ ਸਾਰੀ ਪਾਵਰ ਹੈਗੀ ਹੈ, ਪਰ ਸਾਡੇ ਖੇਤੀ ਮੰਤਰੀ ਇਸ ਕਿਸਮ ਦਾ ਹੋਣਾ ਚਾਹੀਦਾ ਜਿਹਦੇ ਕੋਲ ਸੂਝ ਹੋਵੇ ਵੱਡੀ। ਕਿਉਂਕਿ ਸਾਡੇ ਕਿਸਾਨ ਆਗੂ ਖੁਦ ਦੱਸਦੇ ਨੇ ਕਿ ਜਦੋਂ ਮੀਟਿੰਗ ਚੱਲਦੀ ਹੁੰਦੀ ਹੈ ਤਾਂ ਪਲ ਪਲ ਤੇ ਜਿਹੜੇ ਸਾਡੇ ਤੋਮਰ ਸਾਹਿਬ ਹੈ ਉਹ ਬਾਹਰ ਜਾ ਕੇ ਆਪਣੇ ਆਕਾ ਨੂੰ ਫੋਨ ਕਰਨ ਜਾਂਦੇ ਨੇ। ਇਹਦਾ ਮਤਲਬ ਕਿ ਉਹ ਪਾਵਰਲੈਸ ਨੇ, ਉਹਨਾਂ ਕੋਲੇ ਕਿਸੇ ਕਿਸਮ ਦਾ ਉਹਨੂੰ ਅਧਿਕਾਰ ਦੇ ਕੇ ਨਹੀਂ ਭੇਜਿਆ ਕਿ ਉਹ ਫੈਸਲਾ ਲੈ ਸਕਣ। ਤਾਂ ਇਹ ਮੀਟਿੰਗਾਂ ਦਾ ਵੀ ਫਿਰ ਕੋਈ ਜ਼ਿਆਦਾ ਨਹੀਂ। ਚਾਹੇ ਹੁਣ ਵੱਖਰੀ ਗੱਲ ਹੈ ਕਿ ਲੱਗਦਾ ਕਿ ਪ੍ਰਾਈਮ ਮਿਨਿਸਟਰ ਨੇ ਕਮਾਨ ਹੈ ਜਿਹੜੀ ਆਪਦੇ ਹੱਥ 'ਚ ਲਈ ਹੈਗੀ ਹੈ। ਤਾਂ ਵੱਡਾ ਸਵਾਲ ਹੁਣ ਇੱਕ ਇਹ ਵੀ ਉੱਠਦਾ ਹੈਗਾ ਕਿ ਜਿਹੜੇ ਲੋਕ ਸਾਡੇ ਕਿਸਾਨਾਂ ਨੂੰ ਨਕਸਲ ਕਹਿ ਰਹੇ ਨੇ ਜਾਂ ਮਾਓਇਸਟ ਕਹਿ ਰਹੇ ਨੇ ਕਿ ਤਾਂ ਕਿਸਾਨ ਹੀ ਨਹੀਂ ਹੈਗੇ ਆ। ਤਾਂ ਸਵਾਲ ਦੂਜੇ ਪਾਸੇ ਇਹ ਵੀ ਕਿਸਾਨ ਕਰਦੇ ਨੇ ਕਿ ਜਿਹੜੇ ਸਾਡੀਆਂ ਮੀਟਿੰਗਾਂ ਲੈਂਦੇ ਨੇ ਕੀ ਉਹ ਕਿਸਾਨ ਨੇ? ਨਰਿੰਦਰ ਤੋਮਰ ਜੀ ਗਵਾਲੀਅਰ ਤੋਂ ਚੋਣ ਜਿੱਤੇ ਨੇ, ਉਹਨਾਂ ਦਾ ਚੋਣ ਹਲਕਾ ਹੈਗਾ। ਉਹਨਾਂ ਕੋਲੇ ਇੱਕ ਮਰਲਾ ਵੀ ਖੇਤੀ ਦਾ ਨਹੀਂ ਹੈਗਾ, ਬਲਕਿ ਉਹਨਾਂ ਦੀ ਜਿਹੜੀ ਧੀ ਹੈ, ਉਹਦੀ ਡਾਟਰ ਹੈ, ਉਹਨਾਂ ਨੇ ਮੈਂਗੋ ਫਾਰਮਾਸਿਊਟੀਕਲ ਨਾਂ ਦੀ ਇੱਕ ਕੰਪਨੀ ਬਣਾਈ ਹੋਈ ਹੈ ਜਿਹਦੇ ਵਿੱਚ 10,000 ਸ਼ੇਅਰ ਹੈ ਜਿਹੜਾ ਉਹ ਨਰਿੰਦਰ ਤੋਮਰ ਜੀ ਦਾ ਵੀ ਹੈਗਾ। ਇਹਦਾ ਮਤਲਬ ਹੈ ਕਿ ਨਰਿੰਦਰ ਤੋਮਰ ਜੀ ਖੇਤੀ ਤਾਂ ਉਹਨਾਂ ਕੋਲ ਹੈ ਹੀ ਨਹੀਂ। ਉਹਨਾਂ ਨੇ ਆਪਣਾ ਜਿਹੜਾ ਰਾਹ ਹੈ ਜਾਂ ਆਪਣਾ ਜਿਹੜਾ ਪੈਰ ਹੈ, ਪਹਿਲਾ ਕਦਮ ਹੈ, ਉਹ ਕਾਰਪੋਰੇਟ ਜਗਤ ਵੱਲ ਆਫੀਸ਼ੀਅਲੀ ਰੱਖਿਆ ਹੋਇਆ ਹੈ। ਇਹਦੇ ਨਾਲ ਹੀ ਉਹਨਾਂ ਦੇ 2 ਸਟੇਟ ਮੰਤਰੀ ਨੇ ਐਗਰੀਕਲਚਰ ਦੇ। ਇੱਕ ਨੇ ਤਾਂ ਮਿਸਟਰ ਪਰਸ਼ੋਤਮ ਰੁਪਾਲਾ ਜੀ ਗੁਜਰਾਤ ਤੋਂ ਨੇ, ਉਹ ਐਗਰੀਕਲਚਰ ਦੇ ਸਟੇਟ ਮੰਤਰੀ ਨੇ। ਉਹਨਾਂ ਕੋਲੇ ਆਪਣੇ ਕੋਲੇ ਜ਼ਮੀਨ ਕੋਈ ਹੈ ਨਹੀਂ। ਉਹਨਾਂ ਦੀ ਵਾਈਫ ਦੇ ਨਾਂ ਤੇ 1 ਏਕੜ ਜ਼ਮੀਨ ਹੈਗੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਅਡਾਨੀ ਅਬਾਨੀ ਦਾ ਰੌਲਾ ਪੈ ਰਿਹਾ ਹੈਗਾ, ਤਾਂ ਜਿਹੜੀ ਰੁਪਾਲਾ ਦੀ ਵਾਈਫ ਹੈ ਉਹਨੇ ਉਸ ਅਡਾਨੀ ਦੀ ਕੰਪਨੀ ਦੇ ਸ਼ੇਅਰ ਵੀ ਪਰਚੇਜ਼ ਕੀਤੇ ਹੋਏ ਨੇ। ਚਾਹੇ ਵੱਡੀ ਗੱਲ ਨਹੀਂ, ਪਰ ਜਦੋਂ ਨਿਸ਼ਾਨੇ ਤੇ ਆਏ ਹੋਏ ਨੇ ਤਾਂ ਤੁਹਾਡੀ ਕਿਤੇ ਨਾ ਕਿਤੇ ਉਹਨਾਂ ਨਾਲ ਜਿਹੜਾ ਸੰਪਰਕ ਸ਼ੋਅ ਕਰਦੇ ਨੇ ਇਹ। ਦੂਸਰੇ ਜਿਹੜੇ ਖੇਤੀ ਮੰਤਰੀ ਨੇ, ਖੇਤੀ ਰਾਜ ਮੰਤਰੀ ਨੇ, ਕੈਲਾਸ਼ ਚੌਧਰੀ ਜੀ ਹੈਗੇ ਨੇ, ਉਹਨਾਂ ਕੋਲੇ ਵੀ ਜ਼ਮੀਨ ਹੈ ਨਹੀਂ। ਇਹਦਾ ਮਤਲਬ 3 ਜਿਹੜੇ ਖੇਤੀ ਮੰਤਰੀ ਨੇ ਸਾਡੇ, ਤੋਮਰ ਜੀ ਤੇ ਉਹਨਾਂ ਦੇ ਨਾਲ 2 ਸਹਿਯੋਗੀ ਖੇਤੀ ਮੰਤਰੀ ਹੈ, ਉਹਨਾਂ ਕੋਲੇ ਕਿਸੇ ਕੋਲੇ ਜ਼ਮੀਨ ਨਹੀਂ ਹੈਗੀ ਹੈ। ਦੂਸਰੀ ਤਰਫ ਜਿਹੜੇ ਮੰਤਰੀ ਮੀਟਿੰਗ 'ਚ ਬੈਠਦੇ ਨੇ, ਪਿਊਸ਼ ਗੋਇਲ ਜੀ ਨੇ, ਸੋਮ ਪ੍ਰਕਾਸ਼ ਜੀ ਨੇ, ਇਹਨਾਂ ਕੋਲੇ ਵੀ ਜ਼ਮੀਨ ਨਹੀਂ। ਤਾਂ ਜਿਹੜੇ ਬੰਦਿਆਂ ਕੋਲੇ ਆਪਣਾ ਕੋਈ ਤਜਰਬਾ ਹੀ ਨਹੀਂ ਹੈਗਾ, ਜਿਨ੍ਹਾਂ ਨੂੰ ਖੇਤੀ ਦੇ, ਕਿਸਾਨੀ ਦੇ ਨਫੇ ਨੁਕਸਾਨਾਂ ਬਾਰੇ ਪਤਾ ਹੀ ਨਹੀਂ, ਤਾਂ ਉਹ ਕਿਸ ਸੂਰਤ ਦੇ ਵਿੱਚ ਫੈਸਲੇ ਲੈਣਗੇ? ਇਹ ਇੱਕ ਵੱਡਾ ਸਵਾਲ ਹੈਗਾ। ਪਹਿਲਾਂ ਸਾਡੇ ਕੋਲੇ ਪਿਛਲੇ ਲੰਬੇ ਅਰਸੇ ਤੋਂ ਕੋਈ ਸਾਨੂੰ ਇਸ ਕਿਸਮ ਦੇ ਨਾਮੀ ਕੋਈ ਸ਼ਖਸੀਅਤਾਂ ਨਹੀਂ ਮਿਲੀਆਂ ਜਿਨ੍ਹਾਂ ਦਾ ਵੱਡਾ ਨਾਂ ਹੋਵੇ। ਜਿਸ ਤਰ੍ਹਾਂ ਅਸੀਂ ਆਜ਼ਾਦੀ ਤੋਂ ਪਹਿਲਾਂ ਸਰ ਛੋਟੂ ਰਾਮ ਦਾ ਅੱਜ ਜ਼ਿਕਰ ਕਰਦੇ ਹਾਂ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਨੂੰ ਯਾਦ ਕਰਦੇ ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਪੱਖ ਦੇ ਵਿੱਚ, ਕਿਸਾਨਾਂ ਦੀ ਪੈਲੀ ਬਚਾਉਣ ਦੇ ਲਈ ਜਾਂ ਖੇਤੀ ਬਚਾਉਣ ਦੇ ਲਈ ਬਹੁਤ ਵੱਡੇ ਕਾਨੂੰਨ ਬਣਾਏ। ਥੋੜ੍ਹੇ ਅਰਸੇ ਦੇ ਵਿੱਚ, 3 ਸਾਲ ਦੇ ਅਰਸੇ ਦੇ ਵਿੱਚ ਖੜੇ ਬਣਾਏ ਕਿ ਕਿਸੇ ਜ਼ਿਮੀਂਦਾਰ ਦੀ ਜਿਹੜੀ ਜ਼ਮੀਨ ਹੈ ਉਹ ਕੁਰਕ ਨਾ ਹੋਵੇ। ਉਸ ਟਾਈਮ ਜਿਵੇਂ ਉਹਨਾਂ ਦੇ ਪਸ਼ੂ ਨਿਲਾਮ ਕਰ ਦਿੱਤੇ ਜਾਂਦੇ ਸੀ, ਉਹ 'ਤੇ ਰੋਕਾਂ ਲਗਾਈਆਂ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਲਾਲ ਬਹਾਦਰ ਸ਼ਾਸਤਰੀ ਜੀ ਰਹੇ ਨੇ। ਜਦੋਂ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ, ਕਿਸਾਨੀ ਨੂੰ ਉੱਪਰ ਚੁੱਕਿਆ, ਉਹਨਾਂ ਦਾ ਨਾਂ ਲਿਆ ਜਾ ਸਕਦਾ ਹੈ। ਚੌਧਰੀ ਚਰਨ ਸਿੰਘ ਜੀ ਰਹੇ ਨੇ, ਉਹਨਾਂ ਨੇ ਜ਼ਮੀਨੀ ਸੁਧਾਰਾਂ ਦੇ ਵਿੱਚ ਕਾਫੀ ਕਾਨੂੰਨ ਬਣਾਏ ਸੀਗੇ, ਉਹਨਾਂ ਦਾ ਅਸੀਂ ਜ਼ਿਕਰ ਕਰ ਸਕਦੇ ਹਾਂ।
ਉਸ ਤੋਂ ਬਾਅਦ ਥੋੜਾ ਬਹੁਤਾ ਜਿਸ ਤਰ੍ਹਾਂ ਚੌਧਰੀ ਬਲਰਾਮ ਜਾਖੜ ਜੀ ਨੇ, ਚਾਹੇ ਇਹਨਾਂ ਦਾ ਕੋਈ ਫੈਸਲਾ ਉਦੋਂ ਸਿਰੇ ਨਹੀਂ ਲੱਗਿਆ, ਪਰ ਇਹਨਾਂ ਨੇ ਉਦੋਂ ਗੱਲ ਉਠਾਈ ਸੀ ਕਿ ਐਗਰੀਕਲਚਰ ਕਮਿਸ਼ਨ ਹੈ ਜਿਹੜਾ ਇੱਕ ਆਟੋਨਮਸ ਬਾਡੀ ਦੇ ਤੌਰ ਤੇ ਹੋਣਾ ਚਾਹੀਦਾ ਹੈ। ਤੇ ਸਾਡੇ ਚੌਧਰੀ ਦੇਵੀ ਲਾਲ ਜੀ ਰਹੇ ਨੇ, ਜਿਨ੍ਹਾਂ ਨੂੰ ਤਾਊ ਦੇ ਨਾਂ ਨਾਲ, ਸਤਿਕਾਰ ਦੇ ਨਾਲ ਜਾਣਿਆ ਜਾਂਦਾ ਹੈ, ਕਿਸਾਨ ਨੇਤਾ ਦੇ ਤੌਰ ਤੇ ਉੱਭਰੇ ਨੇ। ਤੇ ਉਸ ਟਾਈਮ ਇੱਕ ਬੜੀ ਚਰਚਾ ਹੁੰਦੀ ਸੀ, ਜਿਸ ਟਾਈਮ ਇਹ ਚੋਣ ਲੜਦੇ ਸੀਗੇ ਤੇ ਚੋਣ ਜਲਸਿਆਂ ਦੇ ਵਿੱਚ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਤੁਸੀਂ ਚੋਣ ਜਿਤਾਓ ਤੇ ਮੈਂ ਤੁਹਾਡੇ ਕਰਜ਼ੇ ਮਾਫ ਕਰ ਦੇਵਾਂਗਾ। ਤਾਂ ਲੋਕਾਂ ਨੇ ਪੁੱਛਣਾ ਕਿ ਕਿੱਥੋਂ ਕਰਜ਼ੇ ਮਾਫ ਕਰੋਗੇ? ਉਹ ਕਹਿੰਦਾ ਸੀ ਕਿ ਜਦੋਂ ਮੈਂ ਚੋਣ ਜਿੱਤ ਕੇ ਜਾਊਂਗਾ ਤਾਂ ਸਰਕਾਰ ਕੋਲੇ ਕੋਈ ਕਮੀ ਨਹੀਂ ਹੁੰਦੀ, ਸਾਡੇ ਕੋਲ ਮਸ਼ੀਨਾਂ ਬਹੁਤ ਹੈ, ਅਸੀਂ ਨਵੇਂ ਪੈਸੇ ਬਣਾ ਲਵਾਂਗੇ, ਨਵੇਂ ਕਰੰਸੀ ਹੋਰ ਬਣਾ ਲਵਾਂਗੇ, ਪਰ ਤੁਹਾਡੇ ਕਰਜ਼ੇ ਮਾਫ ਕਰ ਦੇਵਾਂਗੇ। ਤਾਂ ਇੱਕ ਵਾਰੀ ਉਹਨਾਂ ਨੇ ਨਰਮੇ ਦੇ ਭਾਅ ਬੜੇ ਗਿਰ ਗਏ ਸੀਗੇ ਤੇ ਉਹਨਾਂ ਨੇ ਸਿਰਫ ਇੱਕ ਬਿਆਨ ਹੀ ਦਿੱਤਾ ਸੀ ਕਿ ਅਸੀਂ ਐਕਸਪੋਰਟ ਕਰਾਂਗੇ ਫਸਲ ਨੂੰ, ਤਾਂ ਉਹਦੇ ਨਾਲ ਹੀ ਜਿਹੜੇ ਨਰਮੇ ਦੇ ਭਾਅ ਨੂੰ ਠੁੰਮਣਾ ਪੈ ਗਿਆ ਸੀਗਾ। ਤਾਂ ਇਸ ਕਿਸਮ ਦੇ ਨੇਤਾ ਸਾਡੇ ਕੋਲ ਰਹੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ, ਇਹ ਵੀ 2-3 ਮਹੀਨੇ ਐਗਰੀਕਲਚਰ ਮਿਨਿਸਟਰ ਰਹੇ ਨੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਦਿਲਚਸਪੀ ਸਟੇਟ ਦੇ ਵਿੱਚ ਸੀ, ਇਹ ਆ ਕੇ ਚੀਫ ਮਿਨਿਸਟਰ ਬਣ ਗਏ। ਤੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੀ ਨੁਮਾਇੰਦਗੀ ਕਰਦੇ ਸੀ ਔਰ ਖੇਤੀ ਮੰਤਰੀ ਬਣੇ। ਤਾਂ ਉਹਨਾਂ ਟਾਈਮਾਂ ਦੇ ਵਿੱਚ ਵੀ ਨਰਮੇ ਦੀਆਂ ਕੀਮਤਾਂ ਬੜੀਆਂ ਗਿਰੀਆਂ ਸੀਗੀਆਂ। ਤਾਂ ਉਦੋਂ ਇੱਕ ਬੜਾ ਜੁਮਲਾ ਕਹਿ ਲਓ, ਜੇ ਅੱਜ ਦੇ ਹਿਸਾਬ ਨਾਲ ਕਹਿਣਾ ਹੋਵੇ, ਮਸ਼ਹੂਰ ਸੀ ਕਿ ਉੱਤੇ ਜੱਟ ਹੇਠਾਂ ਜੱਟ, ਨਰਮਾ ਵਿਕੇ 260। ਕਿਉਂਕਿ ਬਰਨਾਲਾ ਸਾਹਿਬ ਖੇਤੀ ਮੰਤਰੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ ਉਹ ਚੀਫ ਮਿਨਿਸਟਰ ਸੀ। ਤਾਂ ਸਾਡੇ ਹੁਣ ਤੋਮਰ ਜੀ ਆ ਗਏ ਨੇ, ਸ਼ਰਦ ਪਵਾਰ ਜੀ ਰਹੇ ਨੇ ਟਾਈਮ ਟੂ ਟਾਈਮ, ਪਰ ਕੋਈ ਨਵੀਂ ਇਸ ਕਿਸਮ ਦਾ ਹੁਣ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਸ ਕਿਸਮ ਦੇ ਸਾਨੂੰ ਕੋਈ ਮਿਨਿਸਟਰ ਹੈ ਜਿਹੜੇ ਮਿਲਣਗੇ। ਤਾਂ ਉਹ ਆਪਾਂ ਕਹਿ ਲਈਏ ਕਿ ਭਲੇ ਵੇਲੇ ਸੀਗੇ। ਤਾਂ ਜ਼ਰੂਰੀ ਹੈ ਕਿ ਕੋਈ ਇਸ ਕਿਸਮ ਦੀ ਪਿੱਠ ਭੂਮੀ ਵਾਲੇ ਜੇ ਮਿਨਿਸਟਰ ਹੋਣਗੇ, ਖੇਤੀ ਮੰਤਰੀ ਹੋਣਗੇ ਔਰ ਉਹਨਾਂ ਕੋਲ ਪਾਵਰ ਹੋਏਗੀ, ਤਾਂ ਹੀ ਸਾਡੇ ਖੇਤੀ ਦਾ ਕੋਈ ਭਲਾ ਹੋ ਸਕਦਾ ਹੈ। ਜੇ ਅੱਜ ਖੇਤੀ ਕਾਨੂੰਨਾਂ ਤੇ ਮਸਲਾ ਅੜਿਆ ਹੋਇਆ ਹੈ ਤਾਂ ਇਹਦਾ ਕਾਰਨ ਇੱਕ ਇਹ ਵੀ ਹੈ ਕਿ ਸਾਡੇ ਕੋਲੋਂ ਲੋਕਾਂ ਦਾ ਨੇਤਾ ਹੀ ਹੈ ਨਹੀਂ, ਕੋਈ ਇਸ ਕਿਸਮ ਦੇ ਹਰਮਨ ਪਿਆਰਾ ਨੇਤੇ ਨਹੀਂ ਜਿਹੜੇ ਖੇਤੀ ਬਾਰੇ ਡੂੰਘੀ ਇੱਕ ਸਿਰਦਤਾ ਨਾਲ ਉਹਨਾਂ ਜੜ੍ਹਾਂ ਨਾਲ ਜੁੜੇ ਹੋਣ। ਚਰਨਜੀਤ ਜੀ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿ ਭਾਰਤ ਨੂੰ ਕਦੀ ਅੱਜ ਤੱਕ ਇਹੋ ਜਿਹੇ ਖੇਤੀ ਮੰਤਰੀ ਹੀ ਨਹੀਂ ਮਿਲੇ ਜਿਨ੍ਹਾਂ ਦਾ ਖੇਤੀ ਨਾਲ ਪਿਛੋਕੜ ਹੋਵੇ, ਤਾਂ ਇਹਦਾ ਮਤਲਬ ਤਾਂ ਇਹ ਵੀ ਹੈ ਵੀ ਕਿ ਕਦੀ ਇਸ ਤਰ੍ਹਾਂ ਖੇਤੀਬਾੜੀ ਨਾਲ ਸੰਬੰਧਿਤ ਪਾਲਿਸੀ ਵੀ ਵਧੀਆ ਨਹੀਂ ਬਣ ਸਕੀ ਜੋ ਕਿਸਾਨਾਂ ਲਈ ਲਾਹੇਵੰਦ ਹੋਵੇ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਾਲਿਸੀ ਦੀ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਆਤਿਸ਼ 1-2 ਦਫਾ ਗੱਲ ਕੀਤੀ ਹੈ, ਤਾਂ ਮੈਨੂੰ ਵੀ ਇਹ ਕਾਫੀ ਇੱਕ ਭਰਮ ਸੀਗਾ ਕਿ ਵੀ ਸ਼ਾਇਦ ਸਾਡੀ ਸਟੇਟ ਗਵਰਨਮੈਂਟ ਹੈ ਜਿਹੜੀ, ਉਹਨੇ ਪੰਜਾਬ ਗਵਰਨਮੈਂਟ ਹੈ, ਉਹਨੇ ਖੇਤੀ ਪਾਲਿਸੀ ਨਹੀਂ ਬਣਾਈ ਅਜੇ ਤੱਕ ਤੇ ਕਿਸਾਨਾਂ ਦੀਆਂ ਟਾਰਾਂ ਮਾਰੀਆਂ। ਹੁਣ ਵੀ ਖੇਤੀ ਪਾਲਿਸੀ ਦੀ ਜਿਹੜੀ ਅਜੇ ਠੰਡੇ ਬਸਤੇ 'ਚ ਪਾਈ ਹੋਈ ਹੈ ਗੇਮ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਮੁਲਕ ਦੇ ਵਿੱਚ ਹੀ ਕੋਈ ਖੇਤੀ ਦੀ ਪਾਲਿਸੀ ਨਹੀਂ ਹੈਗੀ। ਉਹਦਾ ਕਾਰਨ ਇਹ ਹੈ ਕਿ ਜਦੋਂ ਵੀ ਇਹ ਸਵਾਲ ਕੀਤਾ ਜਾਂਦਾ ਸੈਂਟਰ ਗਵਰਨਮੈਂਟ ਨੂੰ, ਭਾਰਤ ਸਰਕਾਰ ਨੂੰ, ਕਿ ਖੇਤੀ ਦੀ ਪਾਲਿਸੀ ਕਿਉਂ ਨਹੀਂ ਬਣਾਉਂਦੇ ਤੁਸੀਂ, ਤਾਂ ਉਹਦਾ ਇੱਕ ਸਿੱਧ ਬੱਧਰਾ ਜਿਹੜਾ ਉਹ ਜਵਾਬ ਦਿੰਦੇ ਨੇ ਕਿ ਜਿਹੜੀ ਖੇਤੀ ਹੈ ਇਹ ਸਟੇਟ ਸਬਜੈਕਟ ਹੈ, ਇਹ ਸੂਬਿਆਂ ਦਾ ਅਧਿਕਾਰ ਹੈਗਾ। ਅਗਰ ਸੱਚੀ ਮੁੱਚੀ ਇਹੀ ਗੱਲ ਹੈਗੀ ਸੂਬਿਆਂ ਦਾ ਅਧਿਕਾਰ ਹੈ, ਤਾਂ ਫਿਰ ਇਹ ਖੇਤੀ ਕਾਨੂੰਨ ਕਿਉਂ ਬਣਾਏ ਗਏ ਜਿਨ੍ਹਾਂ ਦਾ ਹੁਣ ਰੌਲਾ ਪੈ ਰਿਹਾ ਹੈਗਾ? ਤਾਂ ਵੱਡਾ ਇਹ ਮਸਲਾ ਹੈਗਾ। ਸੈਂਟਰ ਗਵਰਨਮੈਂਟ ਖੇਤੀ ਨਾਲ ਤਾਲੁਕ ਰੱਖਦੀਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਦਰਜਨਾਂ ਸੈਂਕੜੇ ਸਕੀਮਾਂ ਜਿਹੜੀਆਂ ਚਲਾਉਂਦੀ ਹੈਗੀ ਹੈ, ਇਹਦੇ ਵਿੱਚ ਸਟੇਟਾਂ ਨੂੰ ਦਿੱਤਾ ਜਾਂਦਾ 60-40 ਦੀ ਰੇਸ਼ੋ ਦੇ ਨਾਲ ਫੰਡ ਦਿੱਤੇ ਜਾਂਦੇ ਨੇ, ਪਰ ਖੇਤੀ ਪਾਲਿਸੀ ਕੋਈ ਨਹੀਂ, ਕੋਈ ਲੌਂਗ ਟਰਮ ਦੀ ਕੋਈ ਪਾਲਿਸੀ ਹੋਵੇ। ਸਾਡੇ ਕੋਲ ਦੂਜੇ ਸੈਕਟਰ ਹੈਗੇ ਨੇ, ਜਿਸ ਤਰ੍ਹਾਂ IT ਸੈਕਟਰ ਹੈਗਾ। IT ਸੈਕਟਰ ਦੇ ਵਿੱਚ ਹਾਰਡਲੀ ਤੁਸੀਂ ਕਹਿ ਸਕਦੇ ਹੋ ਕਿ 1% ਲੋਕ ਕੰਮ ਕਰਦੇ ਹੋਣਗੇ। IT ਸੈਕਟਰ ਦੀ ਵੱਖਰੀ ਪਾਲਿਸੀ ਹੈ, ਇੰਡਸਟਰੀ ਦੀ ਵੱਖਰੀ ਪਾਲਿਸੀ ਹੈਗੀ ਸਾਡੇ ਕੋਲੇ, ਐਕਸਪੋਰਟ ਪਾਲਿਸੀ ਹੈਗੀ ਹੈ, ਫੂਡ ਪ੍ਰੋਸੈਸਿੰਗ ਦੀ ਪਾਲਿਸੀ ਹੈ, ਹੋਰ ਕਿੰਨੇ ਤਰ੍ਹਾਂ ਦੀਆਂ ਪਾਲਿਸੀਆਂ ਨੇ, ਪਰ ਸਾਡੇ ਕੋਲੇ ਖੇਤੀ ਦੀ ਕੋਈ ਪਾਲਿਸੀ ਨਹੀਂ ਸਾਡੇ ਮੁਲਕ ਦੇ ਕੋਲ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਸਾਨੂੰ ਇਹ ਤੋਂ ਸਾਡੀ ਸੁਹਿਰਦਤਾ ਦਾ ਪਤਾ ਲੱਗਦਾ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ, ਸਾਡੀਆਂ ਸਰਕਾਰਾਂ ਦੀ, ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ। ਅੱਜ ਆਤਿਸ਼ ਇਹ ਹੈਗਾ ਕਿ ਸਾਡੀ ਜਿਹੜੀ 60% ਪਾਪੂਲੇਸ਼ਨ ਹੈ ਜਿਹੜੀ, ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜੀ ਹੈ ਖੇਤੀ ਤੇ ਨਿਰਭਰ ਹੈਗੀ ਹੈ। ਤੇ ਜੇ ਆਪਾਂ ਕਹਿ ਲਈਏ ਕਿ ਦੇਸ਼ ਦੇ ਵਿੱਚ ਤਕਰੀਬਨ 30 ਕਰੋੜ ਦੇ ਕਰੀਬ ਜਿਹੜੀਆਂ ਫੈਮਲੀਆਂ ਨੇ, 30 ਕਰੋੜ ਦੇ ਵਿੱਚੋਂ 20 ਤੋਂ 22 ਕਰੋੜ ਜਿਹੜੇ ਪਰਿਵਾਰ ਨੇ ਉਹ ਤਾਲੁਕ ਰੱਖਦੇ ਨੇ ਕਿਸਾਨੀ ਨਾਲ, ਜਾਂ ਉਹਨਾਂ ਨਾਲ ਜੁੜੇ ਕਿੱਤਿਆਂ ਨਾਲ, ਜਾਂ ਮਜ਼ਦੂਰਾਂ ਨਾਲ, ਲੇਬਰ ਭਾਈਚਾਰੇ ਦੇ ਨਾਲ। ਤਾਂ ਵੱਡਾ ਹਿੱਸਾ ਜਿਹੜਾ ਖੇਤੀ ਦੇ ਨਾਲ ਜੁੜਿਆ ਹੋਇਆ ਹੈ। ਤੁਸੀਂ ਦੇਖੋ ਕਿ ਇਸ ਨੂੰ
ਇਗਨੋਰ ਕਰਕੇ ਅਸੀਂ 1% ਲਈ 2% ਵਾਲੇ ਲੋਕਾਂ ਲਈ ਹਰ ਤਰ੍ਹਾਂ ਦੀ ਪਾਲਿਸੀ ਲੈ ਕੇ ਆ ਰਹੇ ਹਾਂ। ਉਹਨਾਂ ਨੂੰ ਛੋਟਾਂ ਦਿੱਤੀਆਂ ਜਾਂਦੀਆਂ ਨੇ, ਇਨਸੈਂਟਿਵ ਦਿੱਤੇ ਜਾਂਦੇ ਨੇ। ਜਿੱਥੇ ਪਾਪੂਲੇਸ਼ਨ ਦਾ 60% ਹਿੱਸਾ ਖੇਤੀ ਤੇ ਨਿਰਭਰ ਹੋਵੇ ਔਰ 20 ਤੋਂ 22 ਕਰੋੜ ਮੁਲਕ ਦੇ ਜਿਹੜੇ ਪਰਿਵਾਰ ਹੈ ਉਹ ਖੇਤੀ ਨਾਲ ਜੁੜੇ ਹੋਣ, ਉਹਨਾਂ ਲਈ ਕੋਈ ਪਾਲਿਸੀ ਨਹੀਂ। ਇਹ ਤੋਂ ਲੱਗਦਾ ਕਿ ਸਾਡੀ ਸਰਕਾਰ ਨਾ ਤਾਂ ਸਿੰਸੀਅਰ ਹੈਗੀ ਹੈ, ਨਾ ਉਹਨਾਂ ਕੋਲ ਕੋਈ ਸੋਚ ਹੈ, ਨਾ ਵਿਜ਼ਨ ਹੈ, ਤੇ ਜਿਸ ਕਰਕੇ ਖੇਤੀ ਦੀ ਜਿਹੜੀ ਆਪਣੀ ਪਾਲਿਸੀ ਦੀ ਜਿਹੜੀ ਹੈਗੀ ਸਾਨੂੰ ਅੱਜ ਕਮੀ ਰੜਕ ਰਹੀ ਹੈ। ਬਹੁਤ ਸਾਰੇ ਸੂਬੇ ਵੀ ਹੈਗੇ ਨੇ ਕਿ ਮੋਸਟਲੀ ਸੂਬਿਆਂ ਕੋਲੇ ਖੇਤੀ ਦੀ ਕੋਈ ਪਾਲਿਸੀ ਨਹੀਂ ਹੈਗੀ ਹੈ, ਪਰ ਫਿਰ ਵੀ ਕੇਰਲਾ ਹੋਇਆ, ਉੜੀਸਾ ਹੋਇਆ, ਇੱਕ ਦੋ ਸਟੇਟਾਂ ਹੋਰ ਹੈ ਜਿਨ੍ਹਾਂ ਕੋਲੇ ਆਪਣੇ ਬੜੇ ਵਧੀਆ ਪ੍ਰਬੰਧ ਨੇ, ਜਿਨ੍ਹਾਂ ਦਾ ਗੱਲ ਕੀਤੀ ਜਾ ਸਕਦੀ ਹੈ। ਕਿਉਂਕਿ ਸੈਂਟਰ ਗਵਰਨਮੈਂਟ ਤਾਂ ਜਿਹੜੀ ਕਰਦੀ ਹੈ, ਮਦਦ ਕਰਦੀ ਹੈ, ਉਹਦੇ ਨਾਲ ਸਟੇਟ ਗਵਰਨਮੈਂਟਾਂ ਆਪਣੇ, ਜਿਵੇਂ ਪਿੱਛੇ MSP ਦੀ ਆਪਾਂ ਗੱਲ ਕੀਤੀ ਸੀ ਕਿ ਕੇਰਲਾ ਸਰਕਾਰ ਨੇ ਜਿਹੜੀ ਹੈਗੀ ਹੈ ਫਰੂਟ ਦੇ ਉੱਪਰ, ਵੈਜੀਟੇਬਲ ਦੇ ਉੱਪਰ ਜਿਹੜੀ ਆਪਣੇ ਪੱਧਰ ਤੇ MSP ਦੇਣੀ ਜਿਹੜੀ ਸ਼ੁਰੂਆਤ ਕੀਤੀ ਹੈਗੀ ਹੈ। ਤੇ ਹੁਣ ਜਦੋਂ ਇਹ ਆਪਾਂ ਖੇਤੀ ਕਾਨੂੰਨਾਂ ਦਾ ਰੌਲਾ ਪੈ ਰਿਹਾ ਹੈ, ਕਿਸਾਨ ਵੀ ਕਹਿ ਰਹੇ ਨੇ ਕਿ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ, ਤਾਂ ਮੈਂ ਪੜ੍ਹ ਰਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਮੱਧ ਪ੍ਰਦੇਸ਼ ਦੀਆਂ। ਮੱਧ ਪ੍ਰਦੇਸ਼ ਦੇ ਵਿੱਚ ਕਈ ਫਸਲਾਂ ਜਿਹੜੀਆਂ ਹੈਗੀਆਂ ਨੇ, ਉੱਥੇ ਕੰਪਨੀਆਂ ਨੇ ਨਵੇਂ ਜਿਹੜੇ ਕਾਨੂੰਨ ਬਣੇ ਇਹਨਾਂ ਦੇ ਤਹਿਤ ਫਸਲਾਂ ਖਰੀਦ ਕੀਤੀਆਂ ਨੇ। ਕਈ ਕਿਸਾਨਾਂ ਨੂੰ ਚੈੱਕ ਦਿੱਤੇ ਸੀ, ਚੈੱਕ ਬਾਉਂਸ ਹੋ ਗਏ ਨੇ ਉੱਥੇ। ਇਸ ਤਰ੍ਹਾਂ ਕਈਆਂ ਨੂੰ ਅੱਧੀ ਪੇਮੈਂਟ ਕਰਕੇ ਕੰਪਨੀਆਂ ਉਸ ਤੋਂ ਬਾਅਦ ਭੱਜ ਗਈਆਂ ਫਸਲ ਲੈ ਕੇ, ਉਹਨਾਂ ਦਾ ਥਹੁ ਪਤਾ ਨਹੀਂ ਲੱਗ ਰਿਹਾ। ਇਹ ਸਾਡੇ ਕੋਲ ਇੱਕ ਜਿਉਂਦੀ ਜਾਗਦੀ ਮਿਸਾਲ ਹੈਗੀ ਹੈ। ਇਹਨਾਂ ਦਿਨਾਂ ਦੇ ਵਿੱਚ ਕਿਸਾਨ ਉਹਨਾਂ ਨੂੰ ਕੋਡ ਵੀ ਕਰ ਸਕਦੇ ਨੇ। ਤਾਂ ਜਿੰਨਾ ਚਿਰ ਚਾਹੇ ਇਹ ਕਾਨੂੰਨਾਂ ਦਾ ਇਸ਼ੂ ਤਾਂ ਚਲੋ ਹੁਣ ਉੱਠਿਆ, ਪਰ ਲੋੜ ਇਸ ਗੱਲ ਦੀ ਹੈਗੀ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪਣੀਆਂ ਸ਼ਾਰਟ ਟਰਮ ਪਾਲਿਸੀਆਂ, ਪੋਲੀਟੀਕਲ ਫਾਇਦਿਆਂ ਲਈ, ਮਫਾਦਾਂ ਲਈ ਜਿਹੜੀਆਂ ਘੜਦੀਆਂ ਨੇ ਕਿ ਅਸੀਂ ਆਮਦਨ ਦੁੱਗਣੀ ਕਰ ਦਾਂਗੇ, ਲੋੜ ਇਸ ਗੱਲ ਦੀ ਹੈ ਕਿ ਦੇਸ਼ ਲਈ ਇੱਕ ਚੰਗੀ ਜਿਹੜੀ ਹੈਗੀ ਹੈ ਐਗਰੀਕਲਚਰ ਪਾਲਿਸੀ ਬਣੇ, ਜਿਹੜੀ ਲੌਂਗ ਟਰਮ ਦੀ ਹੋਵੇ ਔਰ ਕਿਸਾਨ ਪੱਖੀ ਹੋਵੇ। ਚਰਨਜੀਤ ਜੀ, ਇਹ ਕਿਸਾਨੀ ਘੋਲ ਦੇ ਵਿੱਚ ਹਰ ਤਬਕੇ ਲੋਕਾਂ ਵੱਲੋਂ ਵੱਧ ਚੜ ਕੇ ਹਿੱਸਾ ਲਿੱਤਾ ਜਾ ਰਿਹਾ, ਤੇ ਹੁਣ ਤਾਂ ਜਿਹੜਾ ਸਾਬਕਾ ਫੌਜੀ ਵੀ ਇਸ ਸੰਘਰਸ਼ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ, ਤੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਪਰੇਡ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ, ਜਿਹਦੀ ਰਿਹਰਸਲਾਂ ਵੀ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋ ਜਾਣਗੀਆਂ। ਤੁਹਾਨੂੰ ਕੀ ਲੱਗਦਾ ਹੈ ਕਿਸਾਨੀ ਸੰਘਰਸ਼ ਕੋਈ ਨਵਾਂ ਮੋੜਾ ਲੈ ਰਿਹਾ? ਬਿਲਕੁਲ ਆਤਸ਼ੀ, ਹੁਣ ਬੜਾ ਕਰੂਸ਼ਲ ਟਾਈਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ, ਕਿਉਂਕਿ ਕੱਲ ਨੂੰ ਮੀਟਿੰਗ ਹੋਣੀ ਹੈ ਅਗਲੇ ਗੇੜ ਦੀ ਕਿਸਾਨਾਂ ਤੇ ਮੰਤਰੀਆਂ ਦੇ ਵਿੱਚ। ਚਾਹੇ ਹਰਜੀਤ ਗਰੇਵਾਲ ਔਰ ਸਰਜੀਤ ਜਿਆਨੀ ਜੀ ਪ੍ਰਾਈਮ ਮਿਨਿਸਟਰ ਨੂੰ ਮਿਲਣ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਜਿਹੜੇ ਰਿਜ਼ਲਟ ਹੈ ਉਹ ਪੋਜ਼ਿਟਿਵ ਹੋਣਗੇ, ਪਰ ਮੈਨੂੰ ਨਹੀਂ ਹਜੇ ਲੱਗਦਾ ਕਿ ਇਸ ਕਿਸਮ ਦਾ ਕੋਈ ਪੋਜ਼ਿਟਿਵ ਰਿਜ਼ਲਟ ਹੈ ਜਿਹੜਾ ਉਹ ਆ ਸਕਦਾ ਹੈਗਾ। ਸਾਡੇ ਪ੍ਰਾਈਮ ਮਿਨਿਸਟਰ ਨੂੰ ਵੀ ਸੋਚਣਾ ਚਾਹੀਦਾ ਹੈ। ਉਹ ਗੱਲ-ਗੱਲ ਤੇ ਕਿਸਾਨਾਂ ਨੂੰ ਸਲੂਟ ਕਰਦੇ ਨੇ, ਉਹ ਕਿਸਾਨਾਂ ਦੇ ਅੱਗੇ ਝੁਕਦੇ ਨੇ ਕਿ ਮੈਂ ਸਲਾਮ ਕਰਦਾ ਸਾਡੇ ਦੇਸ਼ ਦੇ ਅੰਨਦਾਤਾ ਨੂੰ। ਪਿਛਲੇ 6 ਸਾਲਾਂ ਤੋਂ ਕਹਿੰਦੇ ਆ ਰਹੇ ਨੇ ਉਹ। ਅਗਰ ਉਹ ਇੰਨੀ ਸਲਾਮ ਕਰਦੇ ਨੇ, ਸਲੂਟ ਕਰਦੇ ਨੇ, ਤਾਂ ਉਹਨਾਂ ਨੂੰ ਝੁਕਣ 'ਚ ਕੀ ਹਰਜ ਹੈਗੀ ਹੈ? ਇਹ ਦੇਸ਼ ਦਾ ਅੰਨਦਾਤਾ ਹੈਗਾ, ਕਿਸਾਨ ਹੈਗਾ। ਇਹ ਤਾਂ ਹੈ ਨਹੀਂ ਕਿ ਦੋ ਮੁਲਕਾਂ ਦੀ ਲੜਾਈ ਹੈਗੀ ਹੈ ਜਾਂ ਦੋ ਪੋਲੀਟੀਕਲ ਪਾਰਟੀਆਂ ਦੀ ਲੜਾਈ ਹੈ ਵੀ ਕੌਣ ਜਿੱਤਦਾ ਕੌਣ ਹਾਰਦਾ ਹੈ। ਕਿਸਾਨਾਂ ਦੀ ਗਿਣਤੀ ਉੱਥੇ ਘੱਟ ਹੋ ਸਕਦੀ ਹੈ, ਉੱਥੇ ਵੱਧ ਹੋ ਸਕਦੀ ਹੈ। ਤੁਸੀਂ ਉਹਨਾਂ ਨੂੰ ਪਾੜ ਸਕਦੇ ਹੋ, ਉਹਨਾਂ ਨੂੰ ਵੰਡ ਸਕਦੇ ਹੋ, ਅੱਧੇ ਕਿਸਾਨਾਂ ਨੂੰ ਤੁਸੀਂ ਵਾਪਸ ਭੇਜ ਸਕਦੇ ਹੋ, ਇਸ ਕਿਸਮ ਦੇ ਹੱਥ ਕੰਡੇ ਅਪਣਾ ਸਕਦੇ ਹੋ। ਮੈਂ ਕਹਿੰਦਾ ਗਿਣਤੀ ਬਿਲਕੁਲ ਵੀ ਘੱਟ ਹੋਵੇ ਫਿਰ ਵੀ ਉਹ ਅੰਨਦਾਤਾ ਹੈਗਾ, ਉਸ ਦੀ ਜਿਹੜੀ ਸਮਝਣ ਦੀ ਲੋੜ ਹੈ। ਅੱਜ ਸੁਪਰੀਮ ਕੋਰਟ ਨੇ ਵੀ ਕੰਸਰਨ ਜ਼ਾਹਰ ਕੀਤਾ ਹੈ, ਕਿਉਂਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨਾਂ ਪਈਆਂ ਹੋਈਆਂ ਸੀ, ਤਾਂ ਉੱਥੇ ਭਾਰਤ ਸਰਕਾਰ ਨੇ ਉਹਨਾਂ ਤੋਂ ਜਿਹੜਾ ਹੈਗਾ ਹੋਰ ਸਮਾਂ ਮੰਗਿਆ, ਇਹ ਕਹਿ ਕੇ ਕਿ ਕੱਲ੍ਹ ਦੀ ਮੀਟਿੰਗ ਹੈ ਜੀ ਸਾਡੇ ਕੋਲੇ। ਤਾਂ ਸੁਪਰੀਮ ਕੋਰਟ ਨੇ ਇਹ ਕਿਹਾ ਹੈਗਾ ਕਿ ਕਿਸਾਨਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਵੀ ਉਹ ਇੰਨੀ ਠੰਡ 'ਚ ਬੈਠੇ ਨੇ, ਉੱਪਰੋਂ ਜਿਸ ਤਰ੍ਹਾਂ ਮੌਸਮ 2-3 ਦਿਨਾਂ ਦਾ ਵਿਗੜਿਆ ਹੋਇਆ ਹੈ, ਪਾਣੀ ਦੇ ਵਿੱਚ ਉੱਥੇ ਬੜਾ, ਕਿਉਂਕਿ ਕਿਤੇ ਕਿਸੇ ਕਿਸਮ ਦਾ ਕੋਈ ਨਿਕਾਸ ਨਹੀਂ ਹੈਗਾ, ਤਾਂ ਇਸ ਕਿਸਮ ਦੇ ਹਾਲਾਤ ਹੈ ਜਿਹੜੇ ਉੱਥੇ ਬਣੇ ਹੋਏ ਨੇ। ਤੇ ਕੱਲ੍ਹ ਹੀ ਜਿਹੜਾ ਹੈਗਾ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ ਹੈ ਔਰ ਲਾਮਬੰਦੀ ਕੀਤੀ ਜਾ ਰਹੀ ਹੈ। ਆਤਿਸ਼ ਕਿ ਵੱਡੀ ਗਿਣਤੀ ਜਿਹੜੇ ਸਾਬਕਾ ਫੌਜੀ ਹੈ, ਤਕਰੀਬਨ ਪੰਜਾਬ ਹਰਿਆਣਾ 'ਚ 6 ਲੱਖ ਦੇ ਕਰੀਬ ਸਾਬਕਾ ਫੌਜੀਆਂ ਦੀ ਗਿਣਤੀ ਬਣਦੀ ਹੈ, ਕਿ ਟਰੈਕਟਰ ਮਾਰਚ ਦੇ ਵਿੱਚ ਇਹ ਅੰਦਰੋਂ ਅੰਦਰੀ ਉਹਦੀ ਗੱਲ ਚੱਲ ਰਹੀ ਹੈ ਕਿਸਾਨ ਧਿਰਾਂ ਦੇ ਵਿੱਚ ਕਿ ਜਿਹੜਾ ਇਹਨਾਂ 26 ਜਨਵਰੀ ਵਾਲਾ ਕਿਸਾਨ ਪਰੇਡ ਦਾ ਪ੍ਰੋਗਰਾਮ ਉਲੀਕਿਆ ਕਿ ਉਹਦੇ ਵਿੱਚ ਸਾਬਕਾ ਫੌਜੀਆਂ ਦੀ ਸ਼ਮੂਲੀਅਤ ਹੈ ਜਿਹੜੀ ਉਹ ਕਰਾ ਲਈ ਜਾਵੇ। ਤਾਂ ਜਿਹੜੇ ਗਾਜੀਪੁਰ ਬਾਰਡਰ ਤੇ ਬੈਠੇ ਟਕੈਤ ਦੀ ਅਗਵਾਈ ਦੇ ਵਿੱਚ, ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਵਿੱਚ, ਉਹਨਾਂ ਨੇ ਵੀ ਆਪਣੀ ਜਿਹੜੀਆਂ ਰਿਹਰਸਲਾਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ। ਕੱਲ੍ਹ ਨੂੰ ਕਿਸਾਨਾਂ ਨੇ ਉੱਥੇ ਜਿਹੜੀ ਹੈਗੇ ਆ ਰਿੰਗ ਰੋਡ ਦੇ ਉੱਪਰ ਟਰੈਕਟਰ ਮਾਰਚ ਕਰਨਾ ਹੈ, ਉਸ ਤੋਂ ਬਾਅਦ ਰਿਹਰਸਲਾਂ ਹੋਣਗੀਆਂ, ਉਸ ਤੋਂ ਬਾਅਦ ਇਹ 26 ਜਨਵਰੀ ਵਾਲਾ ਪ੍ਰੋਗਰਾਮ ਜਿਹੜਾ ਪੈਰਲਰ ਸਰਕਾਰ ਦੇ ਰੱਖਿਆ ਗਿਆ, ਉਹ ਕਾਫੀ ਵੱਡੀ ਗੱਲ ਹੈਗੀ ਹੈ। ਤਾਂ ਸੈਂਟਰ ਸਰਕਾਰ ਨੂੰ ਜ਼ਰੂਰ
ਕੋਈ ਨਾ ਕੋਈ ਹੱਲ ਹੈ ਜਿਹੜਾ ਕੱਢਣਾ ਪਏਗਾ। ਤਾਂ ਉਸ ਤੋਂ ਪਹਿਲਾਂ ਸਰਕਾਰ ਕੋਈ ਚਾਲਾਂ ਵੀ ਚੱਲ ਸਕਦੀ ਹੈ, ਕਿਸੇ ਕਿਸਮ ਦਾ ਕੋਈ ਹਿੰਸਕ ਮੋੜਾ ਵੀ ਦੇ ਸਕਦੀ ਹੈ। ਚਾਹੇ ਇਹ ਬਹੁਤ ਵੱਡੀ ਗੱਲ ਹੈਗੀ ਹੈ ਕਿ ਕਿਸੇ ਕਿਸਮ ਦਾ ਕੋਈ ਅਟੈਕ ਨਹੀਂ ਸਰਕਾਰ ਕਰ ਪਾਏਗੀ, ਕਿਉਂਕਿ ਮਸਲਾ ਕਿਸਾਨ ਦਾ ਹੈਗਾ, ਪਰ ਕੋਈ ਇਹ ਵੀ ਹੋ ਸਕਦਾ ਕਿ 10 ਟਰੈਕਟਰ ਕੋਈ ਇਧਰ ਨੂੰ ਭਜਾ ਕੇ ਉਲਟ ਦਿਸ਼ਾ 'ਚ ਲੈ ਗਿਆ ਬੰਦਾ ਆਪਣੇ ਲੈਵਲ ਤੇ ਉਹਨਾਂ ਤੇ ਕੋਈ ਅਟੈਕ ਹੋ ਜਾਏ ਇਸ ਕਿਸਮ ਦਾ, ਪਰ ਇਹ ਬਹੁਤ ਘੱਟ ਚਾਂਸ ਹੈਗੇ ਨੇ। ਤਾਂ ਸਰਕਾਰ ਨੂੰ ਕੋਈ ਨਾ ਕੋਈ ਹੱਲ ਕੱਢਣਾ ਪਏਗਾ। ਇਸ ਤੋਂ ਇਲਾਵਾ ਸਾਡੇ ਜਿਹੜੀਆਂ ਸਟੇਟਾਂ ਹੈਗੀਆਂ ਨੇ, ਹੁਣ ਤਾਂ ਇਕੱਲੀ ਲੜਾਈ ਕਿਸਾਨ ਲੜ ਰਿਹਾ ਹੈਗਾ, ਤੇ ਦੂਸਰੀ ਤਰਫ ਸਾਡਾ ਪ੍ਰਾਈਮ ਮਿਨਿਸਟਰ ਹੈ। ਦੋ ਧਿਰਾਂ ਦੇ ਵਿੱਚ ਲੜਾਈ ਹੈ। ਫੈਸਲਾ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਸੈਂਟਰ ਗੌਰਮੈਂਟ ਨੇ ਲੈਣਾ, ਫੈਸਲਾ ਪ੍ਰਾਈਮ ਮਿਨਿਸਟਰ ਨੇ ਲੈਣਾ, ਨਰਿੰਦਰ ਮੋਦੀ ਨੇ ਲੈਣਾ। ਜਿਵੇਂ ਉਹ ਕਿਹਾ ਜਾਂਦਾ ਹੈ ਨਾ ਕਿ ਜਿਹੜਾ ਘਮੰਡ ਹੈ, ਜਿਹੜਾ ਹੰਕਾਰ ਹੈ, ਉਹਦੇ ਨਾਲ ਤੁਸੀਂ ਫੁੱਲ ਤਾਂ ਸਕਦੇ ਹੋ ਪਰ ਫੈਲ ਨਹੀਂ ਸਕਦੇ। ਅਗਰ ਤੁਸੀਂ ਫੈਲਣਾ ਹੈ, ਲੋਕਾਂ ਦੇ ਮਨਾਂ 'ਚ ਫੈਲਣਾ ਹੈ, ਤਾਂ ਪ੍ਰਧਾਨ ਮੰਤਰੀ ਲਈ ਇਹ ਬੜਾ ਢੁਕਵਾਂ ਮੌਕਾ ਹੈਗਾ, ਇੱਕ ਅਸਲ ਨਾਇਕ ਬਣਨ ਦਾ, ਲੋਕਾਂ ਦੇ ਨਾਇਕ ਬਣਨ ਦਾ, ਕਿ ਉਹ ਤਿੰਨੇ ਕਾਨੂੰਨ ਵਾਪਸ ਲੈ ਲੈਣ। ਇਸ ਤੋਂ ਇਲਾਵਾ ਸਟੇਟਾਂ ਦੇ ਕਿਸਾਨ ਤਾਂ ਆ ਹੀ ਗਏ, 3-4 ਸਟੇਟਾਂ ਦੇ, ਬਾਕੀ ਸਟੇਟਾਂ ਦੇ ਵਿੱਚ ਵੀ ਹੁਣ ਜਾਗਰਤੀ ਮੁਹਿੰਮ ਹੈ ਜਿਹੜੀ ਕਿਸਾਨਾਂ ਨੇ ਧਿਰਾਂ ਨੇ ਸ਼ੁਰੂ ਕਰਨੀ ਹੈਗੀ ਹੈ। ਤਾਂ ਉਹ ਤੋਂ ਇਲਾਵਾ ਮੈਨੂੰ ਇਹ ਵੀ ਲੱਗਦਾ ਕਿ ਜਿਹੜੇ ਸਟੇਟਾਂ ਦੇ ਖੇਤੀ ਮੰਤਰੀ ਹੈ ਉਹਨਾਂ ਨੂੰ ਇਹਦੇ ਵਿੱਚ ਕੁੱਦਣਾ ਚਾਹੀਦਾ, ਸਟੇਟ ਗੌਰਮੈਂਟਾਂ ਨੂੰ ਕੁੱਦਣਾ ਚਾਹੀਦਾ ਕਿਸੇ ਨਾ ਕਿਸੇ ਰੂਪ 'ਚ। ਠੀਕ ਹੈ, ਉਹਨਾਂ ਦੇ ਵਿੱਚ ਪਾਰਟੀਸਪੇਟ ਨਾ ਕਰ, ਇੰਡੀਪੈਂਡੈਂਟ ਤਾਂ ਕੰਪੇਨ ਚਲਾ ਸਕਦੇ ਨੇ। ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਹੁਣ ਤਾਂ ਸਾਡੇ ਕੋਲੇ ਖੇਤੀ ਮੰਤਰੀ ਸਾਡੇ ਕੈਪਟਨ ਅਮਰਿੰਦਰ ਸਿੰਘ ਹੋਰੀ ਹੈ, ਇਹਨਾਂ ਨੂੰ ਵੀ ਆਪਣਾ ਖੇਤੀ ਮੰਤਰੀ ਵਾਲਾ ਰੂਪ ਹੈ ਜਿਹੜਾ ਦਿਖਾਉਣਾ ਚਾਹੀਦਾ। ਪੜ੍ਹੇ ਲਿਖੇ ਨੇ, ਨਹੀਂ ਤਾਂ ਪੰਜਾਬ ਨੂੰ ਵੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਹੈ, ਖੇਤੀ ਮੰਤਰੀ ਇਸ ਕਿਸਮ ਦੇ ਮਿਲਦੇ ਰਹੇ ਨੇ ਕਿ ਅੱਜ ਤੱਕ ਮੈਂ ਕਦੇ ਐ ਨਹੀਂ ਸੋਚਿਆ ਕਿ ਅਸੀਂ ਇਹ ਗੱਲ ਹੁੱਬ ਕੇ ਜਾਂ ਮਾਣ ਨਾ ਕਹਿ ਸਕੀਏ ਕਿ ਸਾਡੇ ਪੰਜਾਬ ਦਾ ਫਲਾਨਾ ਖੇਤੀ ਮੰਤਰੀ ਹੋਇਆ ਨੇ ਇਹ ਦਿਸ਼ਾ ਬਦਲ ਦਿੱਤੀ ਸੀਗੀ। ਸਾਡੇ ਤਾਂ ਪਹਿਲਾਂ ਤੋਤਾ ਸਿੰਘ ਵਜ਼ੀਰ ਰਹੇ ਨੇ ਖੇਤੀ ਦੇ, ਉਦੋਂ ਵੀ ਇੱਕ ਘਪਲਾ ਸਾਹਮਣੇ ਆ ਗਿਆ ਸੀਗਾ। ਸੁੱਚਾ ਸਿੰਘ ਲੰਗਾ ਰਹੇ ਨੇ, ਉਦੋਂ ਵੀ ਇੱਕ ਸੀਡ ਕਾਰਪੋਰੇਸ਼ਨ ਦਾ ਸ਼ਾਇਦ ਘਪਲਾ ਇਸ ਤਰ੍ਹਾਂ ਦਾ ਸਾਹਮਣੇ ਆ ਗਿਆ ਸੀ। ਤਾਂ ਗੁਰਦੇਵ ਸਿੰਘ ਬਾਦਲ ਹੁਣ ਚਾਹੇ ਸਾਡੇ 'ਚ ਨਹੀਂ ਰਹੇ, ਤਾਂ ਉਹ ਵੀ ਖੇਤੀ ਨੂੰ ਚਲਾਉਂਦੇ ਰਹੇ ਨੇ। ਉਹਨਾਂ ਦੇ ਇੱਕ ਵਾਕ ਮੇਰੇ ਯਾਦ ਆ ਗਿਆ, ਉਹਦੇ ਨਾਲ ਆਪਣੀ ਗੱਲ ਖਤਮ ਕਰਾਂਗੇ। ਤੇ ਚੋਣਾਂ ਦਾ ਟਾਈਮ ਸੀ ਵਿਧਾਨ ਸਭਾ ਦਾ, ਤੇ ਗੁਰਦੇਵ ਸਿੰਘ ਬਾਦਲ ਹੈ ਜਿਹੜੇ ਉਹ ਪੰਡਾਲ ਨੂੰ ਸੰਬੋਧਨ ਕਰ ਰਹੇ ਸੀ। ਤਾਂ ਉਹਨਾਂ ਦਿਨਾਂ 'ਚ ਮਹਿੰਗਾਈ ਕਾਫੀ ਸੀਗੀ, ਤਾਂ ਉਹਨਾਂ ਨੇ ਸਟੇਜ ਤੋਂ ਇੱਕ ਹੋਕਾ ਦਿੱਤਾ ਕਿ ਕਿਸਾਨ ਭਰਾਵੋ ਤੁਸੀਂ ਲਾਲ ਗੰਢੇ ਲਾਓ ਤੇ ਮਹਿੰਗਾਈ ਭਜਾਓ। ਉਹਦਾ ਕਹਿਣ ਦਾ ਮਤਲਬ ਕਿ ਤੁਸੀਂ ਘਰਾਂ ਦੇ ਵਿੱਚ ਲਾਲ ਗੰਢਿਆਂ ਦੀ ਬਿਜਾਈ ਕਰੋ ਤਾਂ ਕਿ ਤੁਹਾਨੂੰ ਖਰੀਦਣੇ ਨਾ ਪੈਣ। ਤਾਂ ਪੰਡਾਲ 'ਚੋਂ ਕਿਸੇ ਨੇ ਕਿਹਾ ਕਿ ਜਥੇਦਾਰ ਜੀ, ਇਹ ਲਾਲ ਗੰਢੇ ਤਾਂ ਤੁਸੀਂ ਕਹੀ ਜਾਂਦੇ ਹੋ, ਲਾਲ ਰੰਗ ਤਾਂ ਕਾਮਰੇਡਾਂ ਦਾ ਹੁੰਦਾ ਹੈ, ਆਪਾਂ ਨੀਲੇ ਨਾ ਲਾ ਲਈਏ ਅਕਾਲੀਆਂ ਵਾਲੇ। ਤਾਂ ਸਾਰੇ ਪੰਡਾਲ 'ਚ ਹਾਸਾ ਮਚ ਗਿਆ ਸੀਗਾ। ਤੇ ਉਦੋਂ ਬਾਅਦ ਇਹ ਚਾਹੇ ਹੁਣ ਅਸੀਂ ਇਹ ਗੱਲ ਦੇਖ ਰਹੇ ਹੈਗੇ ਆ ਕਿ ਸਾਡੇ ਕੋਲ ਨੀਲੀ ਗੋਭੀ, ਹਰੀ ਗੋਭੀ, ਤਰ੍ਹਾਂ ਤਰ੍ਹਾਂ ਦੀਆਂ ਆ ਗਈਆਂ ਨੇ, ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈਗੀ ਹੈ। ਪਰ ਮੈਨੂੰ ਹੁਣ ਇੱਕ ਡਰ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਕੇਸਰੀ ਗੰਢੇ ਨਾ ਆ ਜਾਣ। ਥੈਂਕ ਯੂ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦੇ ਦੱਸਿਆ ਵੀ ਅੱਜ ਤੱਕ ਭਾਰਤ ਦੇਸ਼ ਨੂੰ ਕੋਈ ਬਹੁਤੇ ਅਜਿਹੇ ਖੇਤੀ ਮੰਤਰੀ ਨਹੀਂ ਮਿਲ ਸਕੇ ਵੀ ਕਿ ਜਿਨ੍ਹਾਂ ਦਾ ਪਿਛੋਕੜ ਖੇਤੀਬਾੜੀ ਨਾਲ ਸੰਬੰਧਿਤ ਹੋਵੇ। ਤਾਂ ਇਸ ਤੋਂ ਸਾਫ਼ ਹੈ ਵੀ ਕਿ ਜਿਹੜੇ ਮੌਜੂਦਾ ਮੰਤਰੀਆਂ ਨੇ ਇਹ ਤਿੰਨੇ ਖੇਤੀ ਕਾਨੂੰਨ ਬਣਾਏ ਨੇ, ਉਹਨਾਂ ਦਾ ਪਿਛੋਕੜ ਵੀ ਕੋਈ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਹੈ। ਤਾਂ ਉਹ ਕਿਵੇਂ ਜਾਣ ਸਕਦੇ ਨੇ ਵੀ ਕਿ ਇਹ ਤਿੰਨੋਂ ਕਾਨੂੰਨ ਕਿਸਾਨੀ ਲਈ ਲਾਹੇਵੰਦ ਹੋਣਗੇ, ਜਦ ਕਿ ਲੋੜ ਹੈ ਵੀ ਖੇਤੀਬਾੜੀ ਨਾਲ ਸੰਬੰਧਿਤ ਫੈਸਲੇ ਖੇਤੀਬਾੜੀ ਨਾਲ ਜੁੜੇ ਹੋਏ ਬੰਦੇ ਹੀ ਲੈਣ। ਬਾਕੀ ਕੀ ਹੋਵੇਗਾ ਕੱਲ ਦੀ ਮੀਟਿੰਗ ਦੇ ਵਿੱਚ, ਇਹ ਕੱਲ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ। ਕੱਲ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।